ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵੱਲ ਹੇਰੇ ਪਸ਼ੂ ਨ ਮੰਗੈ ਪਸ਼ੂ ਤੇ ਪੰਖੇਰੂ ਪੰਖੇਰੂ ਘੇਰੇ 84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ ਉੱਤਮ ਮਨ ਬਚ ਕਰਮ ਕਰ ਜਨਮ ਮਰਨ ਭਵਜਲ ਲੱਖ ਫੇਰੇ ਰਾਜਾ ਪਰਜਾ ਹੋਏ ਕੈ ਸੁਖ ਵਿੱਚ ਦੁਖ ਹੋਏ ਭਲੇ ਭਲੇਰੇ ਕੁੱਤਾ ਰਾਜ ਬਹਾਲੀਐ ਚੱਕੀ ਚੱਟਣ ਜਾਏ ਹਨੇਰੇ ਗੁਰ ਪੂਰੇ ਵਿਣ ਗਰਭ ਵਸੇਰੇ ਗੁਰ ਪੂਰੇ ਵਿਣ ਗਰਭ ਵਸੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦੀਨਾ ਬੰਧੂ ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 15ਵੀਂ ਵਾਰ ਦੀ 19ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ 19ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਮਨੁੱਖ ਜਾਮੇ ਦੀ ਉੱਤਮਤਾ ਦਰਸਾਉਂਦੇ ਹੈ। ਜੇਕਰ ਮਨੁੱਖ ਇੱਕ ਪ੍ਰਭੂ 'ਤੇ ਆਸ ਰੱਖ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦਾ ਹੈ ਤਾਂ ਇਸ ਬੰਦੇ ਨੇ ਇਸ ਜਾਮੇ ਦੀ ਉੱਤਮਤਾ ਨੂੰ ਜਾਣ ਲਿਆ ਹੈ। ਗੁਰਮੁਖ ਬਣਿਆ ਹੈ ਤਾਂ ਇਸ ਨੇ ਇਹ ਮਨੁੱਖਾ ਸਰੀਰ ਦੀ ਉੱਤਮਤਾ ਨੂੰ ਸਮਝਿਆ ਹੈ। ਅਤੇ ਜੇ ਮਨਮੁਖ ਬਣ ਕੇ ਸੰਸਾਰ ਦੇ ਵਿੱਚ ਰਹਿੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹਦੇ ਨਾਲੋਂ ਤਾਂ ਪਸ਼ੂ ਪੰਛੀ ਜਿਹੜੇ ਹੈ ਉਹ ਚੰਗੇ ਹੈ। ਸੋ ਇਸ ਪੌੜੀ ਦੇ ਵਿੱਚ ਜਦੋਂ ਅਸੀਂ ਵਿਚਾਰ ਕਰਦੇ ਹਾਂ, ਮਨਮੁਖ ਬਣ ਕੇ ਬੰਦਾ ਹੋਰ ਜਿਹੜੀਆਂ ਜੋਨੀਆਂ ਹਨ ਉਹਨਾਂ ਤੋਂ ਵੀ ਨੀਵਾਂ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਜੀ ਬਾਣੀ ਵਿੱਚ ਬਚਨ ਕਰਦੇ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ਼ ਨਾਹੇ ਕਛ ਕਰੇ ਛਪਾਇਆ।
ਮਹਾਰਾਜ ਜੀ ਕਹਿੰਦੇ ਕਰਤੂਤਾਂ ਇਹਦੀਆਂ ਪਸ਼ੂਆਂ ਵਾਲੀਆਂ ਹਨ, ਪਰ ਹੈ ਇਹ ਮਨੁੱਖਾ ਜਾਤ ਦਾ। ਕਈ ਵਾਰਾਂ ਤਾਂ ਬੰਦਾ ਪਸ਼ੂਆਂ ਦੇ ਨਾਲੋਂ ਵੀ ਗਿਰੇ ਹੋਏ ਕਰਮ ਕਰਦਾ ਹੈ, ਔਰ ਫਿਰ ਬੰਦੇ ਨੂੰ ਹੀ ਕਹਿਣਾ ਪੈਂਦਾ ਹੈ ਬੰਦਾ ਬਣ ਜਾ। ਕਦੇ ਕਿਸੇ ਨੇ ਗਧੇ ਨੂੰ ਨਹੀਂ ਕਿਹਾ ਤੂੰ ਗਧਾ ਬਣ ਜਾ, ਸੂਰ ਨੂੰ ਨਹੀਂ ਕਿਹਾ ਤੂੰ ਸੂਰ ਬਣ ਜਾ, ਕੁੱਤੇ ਨੂੰ ਨਹੀਂ ਕਿਹਾ ਵੀ ਤੂੰ ਕੁੱਤਾ ਬਣ ਜਾ। ਪਤਾ ਉਹ ਤਾਂ ਹੈ ਹੀ, ਪਰ ਬੰਦੇ ਦੇ ਕਰਮ ਕਈ ਵਾਰ ਪਸ਼ੂ ਪੰਛੀਆਂ ਦੇ ਨਾਲੋਂ ਵੀ ਗਿਰੇ ਹੋਏ ਹੁੰਦੇ ਹੈ। ਇਸ ਲਈ ਕਹਿਣਾ ਪੈਂਦਾ ਹੈ ਕਿ ਤੂੰ ਬੰਦਿਆਂ ਵਾਲੇ ਕੰਮ ਕਰਿਆ ਕਰ। ਸੋ ਮਹਾਰਾਜ ਨੇ ਬੰਦਾ ਬਣਾਇਆ ਹੈ, ਅਤੇ ਬੰਦਾ ਹੈ ਹੀ ਉਹ ਜਿਹੜਾ ਬੰਦਗੀ ਕਰਦਾ ਹੈ। ਬੰਦਾ ਹੋਏ ਬੰਦਗੀ ਗਹਿ, ਬੰਦੇ ਸੇ ਜੇ ਪਵਹਿ ਵਿੱਚ ਬੰਦੀ। ਅਸਲ ਵਿੱਚ ਬੰਦੇ ਉਹ ਨੇ ਜਿਹੜੇ ਬੰਦਗੀ ਕਰਨ ਲੱਗ ਪਏ ਹੈ, ਪ੍ਰਭੂ ਦੀ ਭਗਤੀ ਕਰਨ ਲੱਗ ਪਏ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਵਿੱਚ ਸਾਨੂੰ ਉਪਦੇਸ਼ ਬਖਸ਼ ਰਹੇ ਹੈ। ਵਾਹਿਗੁਰੂ ਜੀ, ਮਨ ਮੁਖ ਮਾਨਸ ਦੇਹ ਤੇ, ਪਸ਼ੂ ਪ੍ਰੇਤ ਅਚੇਤ ਚੰਗੇਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਮਨਮੁਖ ਮਨੁੱਖ ਦੇਹ ਦੇ ਨਾਲੋਂ ਜਿਹੜੇ ਅਗਿਆਨੀ ਪਸ਼ੂ ਪੰਛੀ ਹਨ ਉਹ ਚੰਗੇ ਹਨ। ਕਈ ਵਾਰ ਅਸੀਂ ਵੇਖਦੇ ਹਾਂ ਨਾ, ਜਿਹੜੇ ਪਸ਼ੂ ਨੇ ਪੰਛੀ ਨੇ ਸਰਕਸਾਂ ਦੇ ਵਿੱਚ ਉਹ ਪਸ਼ੂ ਉਹ ਪੰਛੀ ਕਰਤੱਵ ਕਰਦੇ ਹੈ, ਇਹੋ ਜਿਹੇ ਕਰਮ ਕਰਦੇ ਹੈ ਬੰਦਾ ਹੈਰਾਨ ਹੋ ਜਾਂਦਾ ਹੈ। ਪਰ ਉਹਦੇ ਪਿੱਛੇ ਵੀ ਬੰਦੇ ਦਾ ਹੀ ਹੱਥ ਹੁੰਦਾ, ਬੰਦੇ ਦੀ ਸਿਆਣਪ ਹੁੰਦੀ ਹੈ। ਕਈ ਸਾਲਾਂ ਦੀ ਮੁਸ਼ੱਕਤ ਮਿਹਨਤ ਕਰਕੇ ਬੰਦਾ ਉਹਨਾਂ ਨੂੰ ਸਿਖਾਉਂਦਾ ਹੈ, ਪਸ਼ੂਆਂ ਨੂੰ ਪੰਛੀਆਂ ਨੂੰ। ਫਿਰ ਉਹ ਜਿਵੇਂ ਉਹਨੇ ਸਿਖਾਇਆ ਹੁੰਦਾ ਨਾ, ਉਹ ਸਰਕਸਾਂ ਦੇ ਵਿੱਚ ਉਸੇ ਤਰ੍ਹਾਂ ਕਰਦੇ ਆ। ਸਿਆਣਪ ਉਹਦੇ ਪਿੱਛੇ ਵੀ ਮਨੁੱਖ ਦੀ ਹੀ ਹੈ, ਪਰ ਮਨੁੱਖ ਸਿਆਣਾ ਤਾਂ ਹੈ ਜੇ ਗੁਰਮੁਖ ਬਣੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਮੁੱਖ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਇਸ ਮਨੁੱਖ ਨੂੰ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੈ। ਇੱਕ ਨੂੰ ਕਹਿੰਦੇ ਹੈ ਗੁਰਮੁਖ ਅਤੇ ਦੂਜੇ ਨੂੰ ਕਹਿੰਦੇ ਹੈ ਮਨਮੁਖ। ਗੁਰਮੁਖ ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਚੱਲਦਾ ਹੈ, ਗੁਰੂ ਦੇ ਮੁਖ ਤੋਂ ਕਹੇ ਹੋਏ ਬਚਨਾਂ ਨੂੰ ਮੰਨਦਾ ਕਮਾਉਂਦਾ ਹੈ, ਅਤੇ ਮਨਮੁਖ ਆਪਣੇ ਮਨ ਨੂੰ ਮੁੱਖ ਰੱਖ ਕੇ ਚੱਲਦਾ ਹੈ। ਗੁਰਮੁਖ ਬਾਬਤ ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਗੁਰਮੁਖ ਜਿਹੜਾ ਹੈ ਨਾ ਉਹ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ। ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ। ਉਹ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣਦਾ ਹੈ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਉਹ ਸ਼ਬਦ ਦੀ ਕਸਵੱਟੀ 'ਤੇ ਆਪਣੇ ਮਨ ਨੂੰ ਸ਼ੁੱਧ ਕਰਦਾ ਹੈ, ਆਪਣੇ ਮਨ ਨੂੰ ਮਾਰ ਲੈਂਦਾ, ਕਾਬੂ ਵਿੱਚ ਕਰ ਲੈਂਦਾ ਹੈ, ਅਤੇ ਸੰਸਾਰ ਵਿੱਚ ਰਹਿੰਦਾ ਹੋਇਆ ਗੁਰਮੁਖ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਐ ਨਾਮ ਅਪਾਰੇ। ਗੁਰੂ ਦਾ ਆਸਰਾ ਲੈਂਦਾ ਹੈ। ਬੇਅੰਤ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਗੁਰਮੁਖ ਸਦਾ ਹੀ ਜਪਦਾ ਹੈ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ, ਤਿਮਰ ਅਗਿਆਨ ਅੰਧੇਰ ਚੁਕਾਇਆ। ਉਹ ਤਾਂ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਲੈਂਦਾ ਹੈ। ਸੋ ਗੁਰਮੁਖ ਉਹਦਾ ਜੀਵਨ ਹੋਰਨਾਂ ਦੇ ਵਾਸਤੇ ਵੀ ਪ੍ਰੇਰਨਾ ਸਰੋਤ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਹਜ਼ੂਰ ਦਾ ਇੱਕ ਬਚਨ ਹੈ ਬਾਣੀ ਦੇ ਵਿੱਚ,
ਗੁਰਮੁਖ ਉਬਰੇ ਹਰ ਸਰਣਾਈ, ਰਾਮ ਨਾਮ ਰਾਤੇ ਭਗਤ ਦਿਰੜਾਈ। ਤੀਸਰੇ ਪਾਤਸ਼ਾਹ ਜੀ ਧਨਾਸਰੀ ਰਾਗ ਵਿੱਚ ਬਚਨ ਕਰਦੇ ਹੈ, ਗੁਰਮੁਖ ਹਰੀ ਦੀ ਸ਼ਰਨ ਵਿੱਚ ਰਹਿੰਦੇ ਹੈ। ਪਰਮੇਸ਼ਰ ਦੀ ਸ਼ਰਨ ਵਿੱਚ ਰਹਿ ਕੇ ਗੁਰਮੁਖ ਸੰਸਾਰ ਤੋਂ ਤਰ ਜਾਂਦੇ ਹੈ। ਵਾਹਿਗੁਰੂ ਦੇ ਨਾਮ ਦੇ ਵਿੱਚ ਸਦਾ ਹੀ ਗੁਰਮੁਖ ਪਿਆਰੇ ਰੰਗੇ ਰਹਿੰਦੇ ਹੈ। ਇਸ ਲਈ ਮਨੁੱਖ ਜਨਮ ਦੀ ਉੱਤਮਤਾ ਨੂੰ ਗੁਰਮੁਖ ਨੇ ਜਾਣਿਆ ਹੈ। ਅਤੇ ਦੂਜੇ ਪਾਸੇ ਜਿਹੜੇ ਮਨਮੁਖ ਲੋਕ ਹੁੰਦੇ ਹੈ, ਉਹਨਾਂ ਦਾ ਜਿਹੜਾ ਹਿਰਦਾ ਕੌਲ ਹੁੰਦਾ ਨਾ, ਉਹ ਮੂਧਾ ਹੁੰਦਾ ਹੈ। ਉਹਦੇ ਵਿੱਚ ਨਾਮ ਦੀ ਵਸਤੂ ਟਿਕਦੀ ਨਹੀਂ ਹੈ। ਮਨਮੁਖ ਊਧਾ ਕੌਲ ਹੈ, ਨਾ ਤਿਸ ਭਗਤ ਨਾ ਨਾਓ, ਸਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਓ। ਨਾ ਉਹ ਭਗਤੀ ਕਰਦਾ ਹੈ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਝੂਠੇ ਪਦਾਰਥਾਂ ਦੇ ਵਾਸਤੇ ਉਹ ਯਤਨ ਕਰਦਾ ਰਹਿੰਦਾ। ਉਹਦੇ ਯਤਨ ਵੀ ਸਾਰੇ ਝੂਠੇ ਨੇ। ਸਾਰੇ ਉਹਦੇ ਯਤਨ ਜਿਹੜੇ ਹੈ ਮਨਮੁਖ ਦੇ, ਉਹ ਮਾਇਆ ਵਾਸਤੇ ਹੁੰਦੇ ਹੈ। ਆਪਣੇ ਜੀਵਨ ਨੂੰ ਸਵਾਰਨ ਵਾਸਤੇ ਉਹ ਕੋਈ ਵੀ ਚੰਗਾ ਯਤਨ ਮਨਮੁਖ ਬੰਦਾ ਨਹੀਂ ਕਰਦਾ। ਅੰਦਰੋਂ ਫਿੱਕਾ ਹੁੰਦਾ ਹੈ। ਫਿੱਕੇ ਬੋਲ ਹੀ ਮੁਖ ਤੋਂ ਉਹ ਬੋਲਦਾ ਹੈ। ਉਹ ਸਿਰਫ ਧਰਮੀ ਹੋਣ ਦਾ ਦਿਖਾਵਾ ਕਰਦਾ, ਅਸਲ ਦੇ ਵਿੱਚ ਉਹ ਬੰਦਾ ਧਰਮੀ ਹੁੰਦਾ ਨਹੀਂ ਹੈ। ਉਹਨਾਂ ਦਾ ਤਾਂ ਜੀਵਨ ਹੀ ਮੁਰਝਾ ਜਾਂਦਾ ਹੈ। ਮਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਬੈਸੀਐ, ਉਹਨਾਂ ਘਰ ਨਾ ਗਿਰਾਓ, ਕੱਟੀਐ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨਾ ਨਾਓ। ਸਤਿਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਇਹ ਬਚਨ ਕਰਦੇ ਹੈ ਵੀ ਜਿਹੜਾ ਮਨਮੁਖ ਬੰਦਾ ਹੁੰਦਾ ਨਾ, ਉਹ ਉਸ ਰੁੱਖ ਵਰਗਾ ਹੈ ਜਿਹੜਾ ਸੁੱਕ ਗਿਆ। ਜਿਹੜਾ ਰੁੱਖ ਸੁੱਕ ਜਾਵੇ, ਨਾ ਉਹ ਫਲ ਦਿੰਦਾ ਹੈ, ਨਾ ਉਹ ਛਾਂ ਦਿੰਦਾ ਹੈ। ਉਹਨੂੰ ਤਾਂ ਫਿਰ ਲੋਕ ਕੱਟ ਕੇ ਅਤੇ ਉਹ ਲੱਕੜਾਂ ਉਹਦੀਆਂ ਬਾਲ ਲੈਂਦੇ ਹੈ। ਕਹਿੰਦੇ ਇਸੇ ਤਰ੍ਹਾਂ ਮਨਮੁਖ, ਉਹਦਾ ਜੀਵਨ ਸੁੱਕਿਆ ਹੈ। ਉਹਦੇ ਕੋਲ ਬੈਠਣਾ ਹੀ ਨਹੀਂ ਚਾਹੀਦਾ। ਨਾ ਉੱਥੇ ਫਲ ਮਿਲਣਾ, ਨਾ ਛਾਂ ਮਿਲਣੀ ਹੈ। ਸੁੱਕੇ ਰੁੱਖ ਕੋਲੋਂ ਕੀ ਮਿਲਣਾ। ਇਸ ਲਈ ਸੰਗਤ ਜਿਹੜੀ ਕਰਨੀ ਹੈ, ਉਹ ਗੁਰਮੁਖ ਦੀ ਕਰਨੀ। ਉੱਥੋਂ ਗਿਆਨ ਵੀ ਮਿਲੇਗਾ, ਕੁਝ ਸਿੱਖਣ ਨੂੰ ਮਿਲੇਗਾ। ਉਹ ਗੁਰਮੁਖ ਦੀ ਸੰਗਤ ਤਾਂ ਸੰਸਾਰ ਤੋਂ ਤਾਰ ਦਿੰਦੀ ਹੈ, ਅਤੇ ਮਨਮੁਖ ਦੀ ਸੰਗਤ ਸੰਸਾਰ ਦੇ ਵਿੱਚ ਡੋਬ ਦਿੰਦੀ ਹੈ। ਮਨਮੁਖ ਨੂੰ ਸੰਸਾਰ ਦੀ ਹੀ ਆਸ ਹੁੰਦੀ ਹੈ, ਪਦਾਰਥਾਂ ਦੀ ਆਸ ਉਹਦੇ ਮਨ ਵਿੱਚ ਲੱਗੀ ਰਹਿੰਦੀ ਹੈ। ਦੁਨੀਆ ਦੀ ਵਡਿਆਈ ਪ੍ਰਾਪਤ ਕਰਨ ਦੀ ਆਸ ਉਹਦੇ ਮਨ ਦੇ ਵਿੱਚ ਹੁੰਦੀ ਹੈ। ਮਨਮੁਖ ਆਸਾ ਨਹੀਂ ਉਤਰੈ, ਦੂਜੈ ਭਾਏ ਖੁਆਏ, ਉਦਰ ਨੈ ਸਾਣ ਨਾ ਭਰੀਐ, ਕਬਹੂ ਤ੍ਰਿਸ਼ਨਾ ਅਗਨ ਪਚਾਏ। ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਖਪ ਜਾਂਦਾ ਹੈ, ਉਹਦੇ ਵਿੱਚ ਹੀ ਸੜ ਜਾਂਦਾ ਹੈ। ਸੋ ਇਸ ਲਈ ਮਹਾਰਾਜ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਇਹ ਉਪਦੇਸ਼ ਦਿੰਦੇ ਹੈ ਵੀ ਮਨਮੁਖ ਜਿਹੜਾ ਹੈ ਉਹ ਅਗਿਆਨੀ ਹੈ, ਉਹ ਕੁਰਾਹੇ ਪਿਆ ਰਹਿੰਦਾ ਹੈ। ਕਦੇ ਵੀ ਸ਼ੁਭ ਕਰਮ ਉਹ ਦ੍ਰਿੜ ਨਹੀਂ ਕਰਦਾ। ਮਨਮੁਖ ਅਗਿਆਨ ਕੁਮਾਰਗ ਪਾਏ, ਹਰ ਨਾਮ ਵਿਸਾਰਿਆ ਬਹੁ ਕਰਮ ਦਿਰੜਾਏ। ਉਹਨੇ ਰੱਬ ਦਾ ਨਾਮ ਵਿਸਾਰ ਦਿੱਤਾ ਹੈ। ਭਵਜਲ ਡੂਬੇ ਦੂਜੈ ਭਾਏ। ਹੋਰ ਦੇ ਪ੍ਰੇਮ ਵਿੱਚ ਪੈ ਕੇ ਮਨਮੁਖ ਸੰਸਾਰ ਭਵਜਲ ਦੇ ਵਿੱਚ ਡੁੱਬ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਿਹੜਾ ਮਨਮੁਖ ਬੰਦਾ ਨਾ, ਦੇਹ ਤਾਂ ਉਹਦੀ ਇਹ ਮਾਨਸ ਵਾਲੀ ਹੈ, ਮਨੁੱਖਾਂ ਵਾਲੀ ਹੈ। ਸਰੀਰ ਤਾਂ ਇੱਕੋ ਜਿਹਾ ਹੀ ਹੈ, ਗੁਰਮੁਖ ਦਾ ਅਤੇ ਮਨਮੁਖ ਦਾ। ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਮਨਮੁਖ ਦੀ ਇਸ ਮਨੁੱਖਾ ਦੇਹੀ ਦੇ ਨਾਲੋਂ ਜਿਹੜੇ ਅਗਿਆਨੀ ਪਸ਼ੂ ਪ੍ਰੇਤ ਹਨ, ਉਹ ਚੰਗੇ ਹਨ। ਉਹ ਕਿਉਂ ਚੰਗੇ ਹੈ, ਉਹ ਅੱਗੇ ਦੱਸਦੇ ਹੈ ਭਾਈ ਗੁਰਦਾਸ ਜੀ। ਹੋਏ ਸੁਚੇਤ ਅਚੇਤ ਹੋਏ,
ਮਾਨਸ ਮਾਨਸ ਦੇ ਵੱਲ ਹੇਰੇ ਹੋਏ ਸੁਚੇਤ। ਭਾਈ ਗੁਰਦਾਸ ਜੀ ਕਹਿੰਦੇ ਇਹ ਮਨੁੱਖ ਸੁਚੇਤ ਹੋ ਕੇ ਵੀ ਅਚੇਤ ਹੋ ਜਾਂਦਾ ਹੈ। ਮਤਲਬ ਇਹਨੂੰ ਸਮਝ ਹੁੰਦੀ ਹੈ, ਸੋਝੀ ਹੁੰਦੀ ਹੈ, ਜਾਣ ਬੁੱਝ ਕੇ ਅਗਿਆਨੀ ਬੇਸਮਝ ਬਣ ਜਾਂਦਾ ਹੈ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ ਸ਼ਲੋਕਾਂ ਦੇ ਵਿੱਚ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬੰਦੇ ਦਾ ਇਹ ਮਨ ਸਾਰੀ ਗੱਲਬਾਤ ਨੂੰ ਚੰਗੀ ਤਰ੍ਹਾਂ ਜਾਣਦਾ, ਕੀ ਚੰਗਾ ਤੇ ਕੀ ਮਾੜਾ, ਜਾਣਤ ਹੀ ਔਗਣ ਕਰੇ, ਤੇ ਜਾਣ ਬੁੱਝ ਕੇ ਇਹ ਔਗਣ ਕਰਦਾ ਹੈ। ਪਤਾ ਹੁੰਦਾ ਇਸ ਨੂੰ ਸਹੀ ਕੀ ਹੈ, ਗਲਤ ਕੀ ਹੈ। ਕਿਤੇ ਕੋਈ ਵਿਰਲਾ ਬੰਦਾ ਹੋਵੇਗਾ ਜਿਹਨੂੰ ਇਹ ਸੋਝੀ ਨਹੀਂ ਹੁੰਦੀ, ਪਰ ਬੰਦੇ ਨੂੰ ਪਤਾ ਹੁੰਦਾ, ਪਰ ਜਾਣ ਬੁੱਝ ਕੇ ਔਗਣ ਕਰਦਾ ਹੈ। ਕਾਹੇ ਕੀ ਕੁਸਲਾਤ, ਕਹਿੰਦੇ ਕਾਹਦੀ ਸਿਆਣਪ ਹੈ ਇਸ ਬੰਦੇ ਦੀ। ਹਾਥ ਦੀਪ, ਹੱਥ ਵਿੱਚ ਇਹਨੇ ਦੀਵਾ ਫੜਿਆ, ਕੂਏ ਪਰੈ ਤੇ ਖੂਹ ਦੇ ਵਿੱਚ ਡਿੱਗ ਜਾਂਦਾ ਹੈ। ਹੱਥਾਂ ਦੇ ਵਿੱਚ ਧਰਮ ਗ੍ਰੰਥ ਦੇ ਦੀਵੇ ਫੜੇ ਹੋਏ ਨੇ ਬੰਦੇ ਨੇ, ਧਰਮ ਦਾ ਉਪਦੇਸ਼ ਵੀ ਦਿੰਦਾ ਹੈ, ਧਰਮ ਗ੍ਰੰਥਾਂ ਨੂੰ ਪੜ੍ਹਦਾ ਵੀ ਹੈ, ਪਰ ਫਿਰ ਵੀ ਖੂਹ ਵਿੱਚ ਡਿੱਗ ਜਾਂਦਾ ਹੈ। ਮਨ ਨੂੰ ਪਤਾ ਹੁੰਦਾ, ਇਹ ਬੰਦੇ ਦਾ ਮਨ ਜਿਹੜਾ ਨਾ ਸਮਝਦਾ ਇਸ ਗੱਲ ਨੂੰ। ਗੁਰੂ ਦਾ ਉਪਦੇਸ਼ ਕੀ ਹੈ, ਗੁਰੂ ਦੀ ਸਿੱਖਿਆ ਕੀ ਹੈ, ਜਾਣਦਾ ਹੈ। ਹਰੇਕ ਨੂੰ ਪਤਾ ਹੁੰਦਾ ਹੈ ਸਤਿਗੁਰੂ ਨੇ ਵਰਜਿਆ ਹੈ ਇਹ ਝੂਠੇ ਨਸ਼ੇ, ਇਹ ਸਰੀਰ ਵਾਸਤੇ ਬੜੇ ਖਤਰਨਾਕ ਨੇ। ਸ਼ਰਾਬ ਪੀਣੀ ਗਲਤ ਹੈ, ਪਤਾ ਬੰਦੇ ਨੂੰ, ਜਿਹੜਾ ਪੀਂਦਾ ਉਹਨੂੰ ਕਿਹੜਾ ਨਹੀਂ ਪਤਾ। ਉਹਨੂੰ ਨਹੀਂ ਪਤਾ ਗੁਰੂ ਸਾਹਿਬ ਦੀ ਸਿੱਖਿਆ ਵੀ ਨਹੀਂ ਪੀਣੀ। ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ, ਪਤਾ ਉਸ ਬੰਦੇ ਨੂੰ, ਪੀਣ ਵਾਲੇ ਨੂੰ ਵੀ ਪਤਾ, ਪਰ ਜਾਣਦਾ ਹੋਇਆ ਵੀ, ਬੁੱਝਦਾ ਹੋਇਆ ਵੀ ਇਸ ਗੱਲ ਨੂੰ, ਤਾਂ ਵੀ ਉਹ ਔਗਣ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਮਨਮੁਖ ਬੰਦਾ ਨਾ, ਉਹਦੀ ਮਨੁੱਖਾ ਦੇਹੀ ਨਾਲੋਂ ਪਸ਼ੂ ਪ੍ਰੇਤ ਇਸ ਲਈ ਚੰਗੇ ਨੇ ਕਿਉਂਕਿ ਪਸ਼ੂ ਤਾਂ ਉਹ ਹਨ ਹੀ ਅਗਿਆਨੀ। ਪਸ਼ੂ ਦੇ ਕੋਲ ਉਹ ਗਿਆਨ ਨਹੀਂ ਜਿਹੜਾ ਗਿਆਨ ਬੰਦੇ ਕੋਲ ਹੈ, ਪਰ ਬੰਦਾ ਸਮਝ ਹੁੰਦਿਆਂ ਹੋਇਆਂ ਵੀ ਬੇਸਮਝ ਬਣ ਜਾਂਦਾ, ਜਾਣ ਬੁੱਝ ਕੇ ਬੇਸਮਝ ਬਣ ਜਾਂਦਾ ਹੈ। ਹੋਏ ਸੁਚੇਤ ਅਚੇਤ ਹੋਏ, ਮਾਨਸ ਮਾਨਸ ਦੇ ਵੱਲ ਹੇਰੇ। ਕਹਿੰਦੇ ਬੰਦਾ ਬੰਦੇ ਦੇ ਵੱਲ ਵੇਖਦਾ, ਮਨੁੱਖ ਮਨੁੱਖ ਦੀ ਆਸ ਰੱਖਦਾ, ਇਹ ਰੱਬ ਦੀ ਆਸ ਨਹੀਂ ਰੱਖਦਾ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਇਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਸੋ ਇਸ ਲਈ ਸਮਝ ਹੈ ਫਿਰ ਵੀ ਬੇਸਮਝ ਹੋ ਕੇ ਰਹਿੰਦਾ ਹੈ ਬੰਦਾ, ਅਤੇ ਪਰਮੇਸ਼ਰ ਨੂੰ ਛੱਡ ਕੇ ਅਤੇ ਮਨੁੱਖ ਦੇ ਵੱਲ ਤੱਕਦਾ ਹੈ ਵੀ ਉੱਧਰੋਂ ਫਲਾਣਾ ਮੈਨੂੰ ਕੋਈ ਵਸਤੂ ਦੇ ਦੇਵੇ, ਫਲਾਣਾ ਪਦਾਰਥ ਦੇ ਦੇਵੇ, ਬੰਦਿਆਂ ਦੀ ਆਸ ਰੱਖਦਾ ਹੈ। ਪਸ਼ੂ ਨਾ ਮੰਗੈ ਪਸ਼ੂ ਤੇ, ਪੰਖੇਰੂ ਪੰਖੇਰੂ ਘੇਰੇ। ਪਸ਼ੂ ਪਸ਼ੂ ਦੇ ਕੋਲੋਂ ਨਹੀਂ ਮੰਗਦਾ, ਅਤੇ ਪੰਛੀ ਪੰਛੀ ਨੂੰ ਨਹੀਂ ਘੇਰਦਾ, ਪਰ ਇਹ ਮਨੁੱਖ ਹੀ ਹੈ, ਮਨੁੱਖ ਮਨੁੱਖ ਦੇ ਕੋਲੋਂ ਮੰਗਦਾ ਹੈ। ਮਹਾਰਾਜ ਕਹਿੰਦੇ ਤੂੰ ਰੱਬ ਦੇ ਕੋਲੋਂ ਮੰਗ, ਮੰਗਤਿਆਂ ਦੇ ਕੋਲੋਂ ਨਾ ਮੰਗ, ਇਹ ਤਾਂ ਆਪ ਰੱਬ ਦੇ ਮੰਗਤੇ ਨੇ ਸਾਰੇ। ਪਸ਼ੂ ਨਾ ਮੰਗੈ ਪਸ਼ੂ ਤੇ, ਪਸ਼ੂ ਪਸ਼ੂ ਦੇ ਕੋਲੋਂ ਨਹੀਂ ਮੰਗਦਾ, ਅਤੇ ਪੰਛੀ ਕਿਸੇ ਦੂਜੇ ਪੰਛੀ ਨੂੰ ਨਹੀਂ ਘੇਰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਅੰਮ੍ਰਿਤ ਬਾਣੀ, ਮਾਝ ਕੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਨਾ ਰਿਜਕ ਦਸਤ ਆਕਸੇ, ਹਮਾਰਾ ਏਕ ਆਸ ਵਸੇ। ਪਾਤਸ਼ਾਹ ਜੀ ਕਹਿੰਦੇ ਹੈ ਪਰਮਾਤਮਾ ਤੋਂ ਬਿਨਾਂ
ਜੀਵਾਂ ਦਾ ਰਿਜ਼ਕ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਹੈ। ਹਮਾਰਾ, ਹਮਾ ਤੋਂ ਭਾਵ ਤਮਾਮ ਜਿਹੜੇ ਜੀਵ ਨੇ, ਉਹਨਾਂ ਸਾਰਿਆਂ ਨੂੰ ਏਕ ਆਸ ਵਸੇ, ਇੱਕ ਰੱਬ ਦੀ ਆਸ ਹੈ। ਪਰੰਦਏ ਨਾ ਗਿਰਾਹ ਜਰ, ਦਰਖਤ ਆਬ ਆਸ ਕਰ ਦੇਹੰਦ ਸੂਈ, ਏਕ ਤੁਈ ਏਕ ਤੁਈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਦੇ ਪਰਿੰਦਿਆਂ ਦੇ ਵੱਲ ਵੇਖੋ, ਪੰਛੀਆਂ ਦੇ ਵੱਲ। ਪਰੰਦਏ ਨਾ ਗਿਰਾਹ ਜਰ, ਉਹ ਧਨ ਦੌਲਤ ਇਕੱਠੀ ਨਹੀਂ ਕਰਦੇ। ਦਰਖਤ ਆਬ ਆਸ ਕਰ, ਦਰਖਤਾਂ 'ਤੇ ਆਉਂਦੇ ਹੈ, ਉੱਥੇ ਰਹਿੰਦੇ ਹੈ, ਦਰਖਤਾਂ 'ਤੇ ਆਲ੍ਹਣੇ ਬਣਾਉਂਦੇ ਹੈ, ਚੋਗਾ ਚੁਗਦੇ ਹੈ, ਫਿਰ ਦਰਖਤਾਂ 'ਤੇ ਆ ਕੇ ਬੈਠ ਜਾਂਦੇ ਹੈ। ਜਿੱਡੇ ਵੱਡੇ ਵੱਡੇ ਭੰਡਾਰੇ ਬੰਦੇ ਨੇ ਧਨ ਦੌਲਤ ਦੇ ਇਕੱਤਰ ਕੀਤੇ ਹੈ, ਪੰਛੀ ਨਹੀਂ ਕਰਦੇ। ਦੇਹੰਦ ਸੂਈ, ਏਕ ਤੁਈ ਏਕ ਤੁਈ। ਸਾਰਿਆਂ ਨੂੰ ਉਹੀ ਰੋਜੀ ਦੇਣ ਵਾਲਾ ਹੈ, ਇੱਕ ਪਰਮਾਤਮਾ ਹੀ ਹੈ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸੋ ਪਸ਼ੂ ਪਸ਼ੂ ਤੋਂ ਨਹੀਂ ਮੰਗਦਾ, ਪੰਛੀ ਪੰਛੀਆਂ ਨੂੰ ਨਹੀਂ ਘੇਰਦੇ। ਇਹ ਤਾਂ ਮਨੁੱਖ ਹੈ, ਮਨਮੁਖ। ਇਹ ਮੰਗਦਾ ਵੀ ਮਨੁੱਖਾਂ ਤੋਂ ਹੈ ਅਤੇ ਘੇਰਦਾ ਵੀ ਮਨੁੱਖਾਂ ਨੂੰ, ਘੇਰ ਕੇ ਲੁੱਟ ਲੈਂਦਾ ਹੈ, ਚੰਦ ਪੈਸਿਆਂ ਦੀ ਖਾਤਰ ਮਾਰ ਵੀ ਦਿੰਦਾ ਹੈ। 84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ। ਭਾਈ ਗੁਰਦਾਸ ਜੀ ਕਹਿੰਦੇ 84 ਲੱਖ ਜੂਨੀਆਂ ਦੇ ਵਿੱਚੋਂ ਇਹ ਮਨੁੱਖ ਜੂਨੀ ਸਭ ਤੋਂ ਉੱਤਮ ਹੈ, ਸਭ ਤੋਂ ਭਲੀ ਹੈ। ਜਿੰਨੀ ਸਮਝ ਸੋਝੀ ਇਸ ਮਨੁੱਖ ਜੂਨੀ ਵਿੱਚ ਅਤੇ ਜਿੰਨੀ ਤਾਕਤ ਪ੍ਰਭੂ ਨੇ ਇਸ ਬੰਦੇ ਨੂੰ ਦਿੱਤੀ ਹੈ, ਹੋਰ ਕਿਸੇ ਜੂਨ ਨੂੰ ਨਹੀਂ ਦਿੱਤੀ। ਇੰਨੀ ਸਿਆਣਪ ਦਿੱਤੀ ਹੈ। ਸਰੀਰਕ ਬਲ ਕਰਕੇ ਭਾਵੇਂ ਹੋਰ ਜੂਨੀਆਂ ਜਿਹੜੀਆਂ ਇਹਦੇ ਤੋਂ ਤਕੜੀਆਂ ਨੇ, ਬਲ ਵਾਲੀਆਂ ਨੇ, ਪਰ ਇਹ ਉਹਨਾਂ ਨੂੰ ਵੀ ਆਪਣੀ ਸਿਆਣਪ ਨਾਲ, ਸਮਝ ਨਾਲ ਵੱਸ ਵਿੱਚ ਕਰ ਲੈਂਦਾ ਹੈ। ਸ਼ੇਰ ਕਿੰਨਾ ਤਾਕਤ ਵਾਲਾ ਹੈ, ਬੰਦੇ ਨੇ ਫੜ ਕੇ ਉਹਨੂੰ ਵੀ ਪਿੰਜਰੇ 'ਚ ਪਾ ਲਿਆ ਹੈ। ਜੇ ਤਾਕਤ ਵੇਖੀਏ, ਹਾਥੀ ਦੀ ਕਿੰਨੀ ਤਾਕਤ ਹੈ, ਉਹਨੂੰ ਵੀ ਲੋਹੇ ਦੇ ਕੁੰਡੇ ਦੇ ਨਾਲ ਆਪਣੇ ਮੁਤਾਬਕ ਚਲਾ ਲੈਂਦਾ ਹੈ। ਸੋ ਮਨੁੱਖ ਜੂਨੀ ਨੂੰ ਸਭ ਤੋਂ ਵੱਧ ਸਮਝ ਪਰਮਾਤਮਾ ਨੇ ਦਿੱਤੀ ਹੈ। 84 ਲੱਖ ਜੂਨੀਆਂ ਵਿੱਚੋਂ ਇਹ ਉੱਤਮ ਅਤੇ ਭਲੀ ਹੈ। ਉੱਤਮ ਮਨ ਬਚ ਕਰਮ ਕਰ, ਜਨਮ ਮਰਨ ਭਵਜਲ ਲੱਖ ਫੇਰੇ। ਇਹ ਮਨੁੱਖ ਜੂਨੀ ਉੱਤਮ ਕਿਉਂ ਹੈ? 3 ਗੱਲਾਂ ਨੇ, ਮਨ ਬਚ ਕਰਮ। ਮਨ ਕਰਕੇ, ਬਚਨਾ ਕਰਕੇ ਅਤੇ ਕਰਮਾਂ ਕਰਕੇ ਇਹ ਮਨੁੱਖ ਜੂਨੀ ਉੱਤਮ ਹੈ। ਜਿਹੜਾ ਮਨ ਮਨੁੱਖ ਦੇ ਕੋਲ ਹੈ ਨਾ, ਉਹ ਮਨ ਹੋਰ ਕਿਸੇ ਪਸ਼ੂ ਪੰਛੀ ਦੇ ਕੋਲ ਨਹੀਂ ਹੈ। ਸੁਚੇਤ ਮਨ ਹੈ ਬੰਦੇ ਕੋਲ, ਪਸ਼ੂਆਂ ਪੰਛੀਆਂ ਦਾ ਅਚੇਤ ਮਨ ਹੈ। ਬਚ ਕਹਿੰਦੇ ਬਚਨਾਂ ਨੂੰ। ਮਨੁੱਖ ਦੇ ਕੋਲ ਬੋਲਣ ਦੀ ਐਸੀ ਸਮਰੱਥਾ ਹੈ, ਆਪਣੀ ਗੱਲ ਦੂਜਿਆਂ ਨੂੰ ਸਮਝਾਉਂਦਾ ਹੈ। ਜਿਸ ਤਰ੍ਹਾਂ ਬੰਦਾ ਬੋਲ ਲੈਂਦਾ ਹੈ ਨਾ, ਪਸ਼ੂ ਪੰਛੀ ਇਸ ਤਰ੍ਹਾਂ ਨਹੀਂ ਬੋਲ ਸਕਦੇ। ਹਾਂ, ਜੇ ਕਿਸੇ ਨੂੰ ਜਿਵੇਂ ਤੋਤੇ ਨੂੰ ਬੋਲਣਾ ਸਿਖਾਇਆ, ਉਹ ਸਿਆਣਪ ਤਾਂ ਬੰਦੇ ਦੀ ਹੈ ਨਾ, ਬੰਦੇ ਨੇ ਸਿਖਾਇਆ ਉਹਨੂੰ। ਅਤੇ ਤੀਜਾ ਹੈ ਕਰਮ। ਕਰਮ ਜਿਹੜਾ ਕੰਮ ਬੰਦਾ ਕਰ ਲਵੇਗਾ, ਉਹ ਪਸ਼ੂ ਪੰਛੀ ਨਹੀਂ ਕਰਦਾ। ਮਨ ਕਰਕੇ, ਬਚਨਾ ਕਰਕੇ ਅਤੇ ਕਰਮਾਂ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਹ ਮਨੁੱਖ ਜੂਨੀ ਉੱਤਮ ਹੈ। ਪਰ ਜੇ ਇਹ ਬੰਦਾ ਗੁਰਮੁਖ ਨਹੀਂ ਬਣਿਆ, ਮਨਮੁਖ ਰਿਹਾ, ਤਾਂ ਫਿਰ ਕੀ ਹੁੰਦਾ? ਜਨਮ ਮਰਨ ਭਵਜਲ ਲੱਖ ਫੇਰੇ। ਫਿਰ ਸੰਸਾਰ ਭਵਜਲ ਵਿੱਚ ਜੰਮਣ ਮਰਨ ਦੇ ਲੱਖਾਂ ਹੀ ਫੇਰੇ ਪੈਂਦੇ ਹੈ, ਮਨਮੁਖ ਹੋਣ ਕਰਕੇ। ਰਾਜਾ ਪਰਜਾ ਹੋਏ ਕੈ, ਸੁਖ ਵਿੱਚ ਦੁੱਖ ਹੋਏ ਭਲੇ ਭਲੇਰੇ। ਭਾਵੇਂ ਰਾਜਾ ਹੋਵੇ, ਪਰਜਾ ਹੋਵੇ, ਕਿੱਡਾ ਵੀ ਭਲੇ ਤੋਂ ਭਲਾ ਹੋਵੇ, ਜੇਕਰ ਮਨਮੁਖ ਹੈ ਤਾਂ ਸੁੱਖ ਵਿੱਚ ਵੀ ਇਹਨੂੰ ਦੁੱਖ ਹੀ ਪ੍ਰਾਪਤ ਹੁੰਦਾ ਹੈ।
क्योंकि जो कुदरती उत्तमता है ना इस शरीर की, इस मनुख जामे की, वो बंदे ने विसार दी, भुला दी है। बंदे ने सारा कुछ भुला छड्डिया है। भावें कंगाल होवे, भावें राजा महाराजा होवे, हो जां किड्डा भी भले तो भला ही होवे, पर मनमुख होने करके सुखां विच भी इनू दुख ही मिलते हैं। कुत्ता राज बहालीए, ਚੱਕੀ ਚੱਟਣ ਜਾਏ ਹਨੇਰੇ। ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਹੈ, ਕਹਿੰਦੇ ਜੇ ਕੁੱਤੇ ਨੂੰ ਰਾਜ ਗੱਦੀ 'ਤੇ ਬਿਠਾ ਦਈਏ ਤਾਂ ਹਨੇਰੇ ਹਨੇਰੇ ਭਾਵ ਰਾਤ ਵੇਲੇ ਉਹ ਫਿਰ ਚੱਕੀ ਚੱਟਣ ਹੀ ਜਾਂਦਾ ਹੈ। ਉਹਦੀ ਆਦਤ ਹੈ ਨਾ, ਆਦਤ ਬਣ ਗਈ ਹੈ। ਚੱਕੀ ਨੂੰ ਜਿਹੜਾ ਆਟਾ ਲੱਗਾ ਹੁੰਦਾ ਉਹ ਚੱਟਣਾ। ਕਹਿੰਦੇ ਵਾਹਿਗੁਰੂ ਨੇ ਤਾਂ ਇਹਨੂੰ ਰਾਜਾ ਬਣਾਇਆ, ਬੰਦੇ ਨੂੰ ਸਿਆਣਪ ਦਿੱਤੀ, ਸਮਝ ਸੋਝੀ, ਗੁਣ ਦਿੱਤੇ, ਪਰ ਇਹਨੇ ਆਪਣੇ ਰਾਜੇ ਹੋਣ ਦੇ ਜਿਹੜੇ ਗੁਣ ਸੀ ਸਾਰੇ ਹੀ ਭੁਲਾ ਦਿੱਤੇ। ਇਹ ਕੀ ਬਣ ਗਿਆ? ਉਸ ਕੁੱਤੇ ਦੀ ਨਿਆਈ ਜਿਹਨੂੰ ਰਾਜ ਗੱਦੀ 'ਤੇ ਤਾਂ ਬਿਠਾ ਦਿੱਤਾ, ਪਰ ਰਾਤ ਵੇਲੇ ਉਹ ਚੱਕੀ ਚੱਟਣ ਜਾਂਦਾ ਹੈ। ਬੰਦਾ ਵਿਸ਼ੇ ਵਿਕਾਰਾਂ ਦੀ ਚੱਕੀ ਚੱਟਣ ਜਾਂਦਾ ਹੈ, ਵਿਕਾਰਾਂ ਨੂੰ ਭੋਗਦਾ ਹੈ, ਵਿਸ਼ੇ ਵਿਕਾਰਾਂ ਵੱਲ ਭੱਜ ਜਾਂਦਾ ਹੈ। ਇਹ ਹਾਲ ਹੈ ਇਸ ਮਨੁੱਖ ਦਾ। ਗੁਰ ਪੂਰੇ ਵਿਣ ਗਰਭ ਵਸੇਰੇ। ਭਾਈ ਗੁਰਦਾਸ ਜੀ ਕਹਿੰਦੇ ਪੂਰੇ ਗੁਰੂ ਤੋਂ ਬਿਨਾਂ ਵਾਰ-ਵਾਰ ਗਰਭ ਦੇ ਵਿੱਚ ਵਾਸਾ ਹੁੰਦਾ ਹੈ, ਕਦੇ ਵੀ ਫਿਰ ਇਹ ਜੂਨੀਆਂ ਤੋਂ ਮੁਕਤ ਨਹੀਂ ਹੋ ਪਾਉਂਦਾ। ਪੂਰੇ ਗੁਰੂ ਦੀ ਸ਼ਰਨ ਪਿਆ ਹੀ ਬੰਦ ਖਲਾਸੀ ਹੁੰਦੀ ਹੈ। ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਇਹ ਜੀਵਨ ਜੰਮਣ ਮਰਨ ਤੋਂ ਮੁਕਤ ਹੋ ਸਕਦਾ ਹੈ, ਨਹੀਂ ਤਾਂ ਫਿਰ ਆਖਰ ਗਰਭ ਦੇ ਵਿੱਚ ਹੀ ਇਸ ਜੀਵ ਦਾ ਵਾਸਾ ਹੁੰਦਾ ਹੈ। ਹੁਣ ਇਸ ਤੋਂ ਅਗਲੀ 20ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੁਖ ਦੀ ਉੱਤਮਤਾ, ਉਹਦੀ ਸ੍ਰੇਸ਼ਟਤਾਈ ਨੂੰ ਦੱਸਦੇ ਹੈ। ਵਣ ਵਣ ਵਾਸ ਵਣਾਸ ਪਤ, ਚੰਦਨ ਬਾਜ ਨ ਚੰਦਨ ਹੋਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਬਨਸਪਤੀ ਦੇ ਵਿੱਚ ਕਈ ਤਰ੍ਹਾਂ ਦੇ ਰੁੱਖ ਹਨ। ਜੰਗਲ ਵਿੱਚ ਆਪਾਂ ਜੰਗਲ ਵਿੱਚ ਜਾ ਕੇ ਵੇਖੀਏ, ਉੱਥੇ ਇੱਕ ਨਹੀਂ ਕਈ ਤਰ੍ਹਾਂ ਦੇ ਬ੍ਰਿਸ਼ ਹੁੰਦੇ ਹੈ। ਚੰਦਨ ਬਾਜ ਨਾ ਚੰਦਨ ਹੋਈ, ਪਰ ਚੰਦਨ ਦੇ ਰੁੱਖ ਤੋਂ ਬਿਨਾਂ ਹੋਰ ਕੋਈ ਦਰਖਤ ਚੰਦਨ ਨਹੀਂ ਹੋ ਸਕਦਾ। ਜੇ ਉਸ ਜੰਗਲ ਵਿੱਚ ਚੰਦਨ ਹੈ ਤਾਂ ਉਹ ਨੇੜੇ ਰਹਿਣ ਵਾਲੇ ਰੁੱਖਾਂ ਨੂੰ ਆਪਣੇ ਵਰਗਾ ਚੰਦਨ ਬਣਾ ਲੈਂਦਾ ਹੈ। ਰੁੱਖ ਤਾਂ ਬਹੁਤ ਨੇ ਜੰਗਲ ਵਿੱਚ ਤਰ੍ਹਾਂ ਤਰ੍ਹਾਂ ਦੇ, ਪਰ ਚੰਦਨ ਤੋਂ ਬਿਨਾਂ ਉਹ ਚੰਦਨ ਨਹੀਂ ਬਣ ਸਕਦੇ। ਪਰਬਤ ਪਰਬਤ ਅਸ਼ਟ ਧਾਤ, ਪਾਰਸ ਬਾਜ ਨ ਕੰਚਨ ਸੋਈ। ਪਹਾੜਾਂ ਦੇ ਵਿੱਚ 8 ਧਾਤਾਂ ਮਿਲ ਜਾਂਦੀਆਂ ਨੇ। ਸੋਨਾ ਵੀ ਤਾਂ ਖਾਣ 'ਚੋਂ ਹੀ ਮਿਲਦਾ ਨਾ, ਚਾਂਦੀ ਜਿਸਤ ਇਤਿਆਦਿਕ, ਇਹ 8 ਧਾਤਾਂ ਕਹਿੰਦੇ ਪਹਾੜਾਂ 'ਚੋਂ ਮਿਲ ਜਾਂਦੀਆਂ ਨੇ। ਪਰ ਪਾਰਸ ਬਾਜ ਨਾ ਕੰਚਨ ਸੋਈ, ਪਾਰਸ ਤੋਂ ਬਿਨਾਂ ਉਹ ਸੋਨਾ ਨਹੀਂ ਬਣ ਸਕਦੀਆਂ। ਪਾਰਸ ਦੀ ਇੱਕ ਛੋਟੀ ਜਿਹੀ ਵੱਟੀ ਹੁੰਦੀ ਹੈ, ਚਾਂਦੀ ਨਾਲ ਛੂਹ ਜਾਵੇ ਉਹ ਸੋਨਾ ਬਣ ਜਾਂਦੀ ਹੈ, ਜਿਸਤ ਨਾਲ ਛੂਹ ਜਾਏ ਉਹ ਸੋਨਾ ਬਣ ਜਾਂਦੀ। ਇੱਦਾਂ 8 ਧਾਤਾਂ ਨੂੰ ਉਹ ਪਾਰਸ ਦੀ ਵੱਟੀ ਜਿਹੜੀ ਸੋਨਾ ਬਣਾ ਦਿੰਦੀ ਹੈ। ਕਹਿੰਦੇ ਹੋਰ ਧਾਤਾਂ ਜਿਹੜੀਆਂ ਪਹਾੜਾਂ 'ਚੋਂ ਮਿਲ ਜਾਂਦੀਆਂ ਨੇ, ਪਰ ਪਾਰਸ ਤੋਂ ਬਿਨਾਂ ਉਹ ਧਾਤਾਂ ਸੋਨਾ ਨਹੀਂ ਬਣਦੀਆਂ। 4 ਵਰਣ 6 ਦਰਸਨਾ, ਸਾਧ ਸੰਗਤ ਵਿਣ ਸਾਧ ਨ ਕੋਈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ 4 ਵਰਣ ਹਨ, 6 ਦਰਸ਼ਨ ਹਨ, 6 ਮਤ, ਪਰ ਸਾਧ ਸੰਗਤ ਤੋਂ ਬਿਨਾਂ ਕੋਈ ਸਾਧ ਨਹੀਂ ਬਣਦਾ। ਜਿਵੇਂ ਜੰਗਲ ਵਿੱਚ ਰੁੱਖ ਤਾਂ ਅਨੇਕਾਂ ਨੇ, ਪਰ ਚੰਦਨ ਤੋਂ ਬਿਨਾਂ ਕੋਈ ਚੰਦਨ ਨਹੀਂ ਬਣਦਾ। ਪਹਾੜਾਂ ਵਿੱਚ ਧਾਤਾਂ ਹੋਰ ਵੀ ਨੇ, ਪਰ ਪਾਰਸ ਤੋਂ ਬਿਨਾਂ ਉਹ ਧਾਤਾਂ ਸੋਨਾ ਨਹੀਂ ਬਣਦੀਆਂ। ਇਸੇ ਤਰ੍ਹਾਂ 4 ਵਰਨਾਂ ਵਿੱਚ 6 ਮੱਤਾਂ ਵਿੱਚ ਲੋਕ ਤਾਂ ਬਥੇਰੇ ਨੇ,
ਪਰ ਸਾਧ ਸੰਗਤ ਤੋਂ ਬਿਨਾਂ ਕੋਈ ਸਾਧੂ ਨਹੀਂ ਬਣਦਾ। ਸਾਧ ਸੰਗਤ ਕਰਦਿਆਂ ਹੀ ਸਾਧੂ ਬਣਦਾ, ਗੁਰਮੁਖ ਬਣਦਾ ਹੈ। ਗੁਰੂ ਦੀ ਸੰਗਤ ਕੀਤਿਆਂ ਹੀ ਗੁਰਮੁਖ ਬਣਿਆ ਜਾਂਦਾ ਹੈ। ਇਸ ਲਈ ਸਾਧ ਸੰਗਤ ਵਿਣ ਸਾਧ ਨਾ ਕੋਈ, ਸੋ ਸਾਧ ਸੰਗਤ ਤੋਂ ਬਿਨਾਂ ਕੋਈ ਵੀ ਸਾਧੂ ਨਹੀਂ ਹੁੰਦਾ। ਗੁਰ ਉਪਦੇਸ਼ ਅਵੇਸ ਕਰ, ਗੁਰਮੁਖ ਸਾਧ ਸੰਗਤ ਜਾਣੋਈ। ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਮਨ ਵਿੱਚ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਤਾਂ ਫਿਰ ਗੁਰਮੁਖ ਸਾਧ ਸੰਗਤ ਨੂੰ ਹੀ ਸਦਾ ਲਈ ਜਾਣਦੇ ਹੈ ਅਤੇ ਸਾਧ ਸੰਗਤ ਦੇ ਵਿੱਚ ਹੀ ਉਹ ਮਗਨ ਰਹਿੰਦੇ ਹੈ, ਮਸਤ ਰਹਿੰਦੇ ਹੈ, ਸਾਧ ਸੰਗਤ ਹੀ ਕਰਦੇ ਰਹਿੰਦੇ ਹੈ। ਸ਼ਬਦ ਸੁਰਤ ਲਿਵ ਲੀਣ ਹੋਏ, ਪਿਰਮ ਪਿਆਲਾ ਅਪਿਓ ਪਿਓਈ। ਗੁਰਮੁਖ ਕੀ ਕਰਦੇ ਹੈ? ਸਾਧ ਸੰਗਤ ਦੇ ਵਿੱਚ ਮਿਲ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਦੇ ਹੈ, ਸੁਰਤ ਅਤੇ ਸ਼ਬਦ ਦਾ ਮਿਲਾਪ ਕਰਦੇ ਹੈ ਅਤੇ ਪ੍ਰੇਮ ਦਾ ਪਿਆਲਾ ਪੀ ਕੇ ਅੰਮ੍ਰਿਤ ਰਸ ਨੂੰ ਮਾਣਦੇ ਹੈ ਅਤੇ ਉਹਦੇ ਵਿੱਚ ਲਿਵਲੀਨ ਮਸਤ ਹੋ ਜਾਂਦੇ ਹੈ। ਪ੍ਰੇਮ ਪਿਆਲੇ ਨੂੰ, ਪ੍ਰੇਮ ਪਿਆਲਾ ਅੰਮ੍ਰਿਤ ਪਿਆਲੇ ਨੂੰ ਪੀ ਕੇ ਉਹ ਸਦਾ ਲਈ ਉਹਦੇ ਵਿੱਚ ਮਸਤ ਹੋ ਜਾਂਦੇ ਹਨ। ਮਨ ਉਨ ਮਨ ਤਨ ਦੁਬਲੇ, ਦੇਹ ਵਿਦੇਹ ਸਨੇਹ ਸਥੋਈ। ਉਹਨਾਂ ਗੁਰਮੁਖਾਂ ਦਾ ਮਨ ਉਨਮਨੀ ਅਵਸਥਾ ਵਿੱਚ, ਉਨਮਨ ਕਹਿੰਦੇ ਜਿਹੜੀ ਮਸਤੀ ਵਾਲੀ ਅਵਸਥਾ ਹੈ, ਤੁਰੀਆ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ, ਤੁਰੀਆ ਪਦ ਵਿੱਚ। ਮਨ ਉਨਮਨ ਤਨ ਦੁਬਲੇ, ਸਰੀਰ ਭਾਵੇਂ ਉਹਨਾਂ ਦਾ ਦੁਬਲਾ ਹੋਵੇ, ਕਮਜ਼ੋਰ ਹੋਵੇ, ਪਤਲਾ ਹੋਵੇ ਸਰੀਰ ਗੁਰਮੁਖਾਂ ਦਾ, ਪਰ ਮਨ ਉਹਨਾਂ ਦਾ ਤੁਰੀਆ ਅਵਸਥਾ ਵਿੱਚ ਹੁੰਦਾ, ਮਨ ਉਹਨਾਂ ਦਾ ਅਡੋਲ ਹੁੰਦਾ ਹੈ। ਦੇਹ ਵਿਦੇਹ ਸਨੇਹ ਸਥੋਈ, ਅਤੇ ਇਸ ਦੇਹ ਤੋਂ ਵਿਦੇਹ ਹੋ ਜਾਂਦੇ, ਉੱਪਰ ਉੱਠ ਜਾਂਦੇ ਹੈ। ਸਨੇਹ ਸਥੋਈ, ਪ੍ਰਭੂ ਦੇ ਪ੍ਰੇਮ ਦੇ ਨਾਲ ਹੀ ਉਹਨਾਂ ਦਾ ਸਦਾ ਲਈ ਸਾਥ ਬਣ ਜਾਂਦਾ ਹੈ। ਗੁਰਮੁਖ ਸੁਖ ਫਲ ਅਲਖ ਲਖੋਈ। ਗੁਰਮੁਖ ਸੁਖ ਫਲ ਨੂੰ ਪ੍ਰਾਪਤ ਕਰਦੇ ਹੈ। ਕਿਹੜਾ ਸੁਖ ਫਲ ਹੈ ਉਹਨਾਂ ਦੇ ਕੋਲ? ਉਹ ਅਲਖ ਨੂੰ ਜਾਣ ਲੈਂਦੇ ਹੈ। ਅਲਖ ਕਹਿੰਦੇ ਜਿਹਨੂੰ ਲਖਿਆ ਨਾ ਜਾਵੇ, ਪਰਮੇਸ਼ਰ ਨੂੰ, ਉਹਦੇ ਬਾਰੇ ਉਹ ਸਮਝ ਲੈਂਦੇ ਹੈ, ਜਾਣ ਲੈਂਦੇ ਹੈ। ਸੋ ਗੁਰਮੁਖ ਜਿਹੜਾ ਹੈ ਉਹਦਾ ਜੀਵਨ ਬਹੁਤ ਉੱਚਾ ਹੈ ਅਤੇ ਗੁਰਮੁਖ ਸਾਧ ਸੰਗਤ ਕਰਕੇ ਬਣਦਾ ਹੈ। ਉਹ ਗੁਰਮੁਖ ਹੀ ਸਾਧੂ ਹੈ, ਸਾਧ ਹੈ, ਉਹਨੇ ਮਨ ਨੂੰ ਸਾਧਿਆ ਹੋਇਆ, ਵਸ ਵਿੱਚ ਕੀਤਾ ਹੋਇਆ ਹੈ। ਸੋ ਜਿਹੜੇ ਗੁਰਮੁਖ ਹੁੰਦੇ ਹੈ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਪਰਾਮ ਰਹਿੰਦੇ ਹੈ। ਉਹਨਾਂ ਦੇ ਚਿੱਤ ਦੀ ਬਿਰਤੀ ਸੰਸਾਰ ਦੇ ਪਦਾਰਥਾਂ ਦੇ ਵਿੱਚ ਅਤੇ ਮਾਇਆ ਦੇ ਵਿੱਚ ਨਹੀਂ ਹੁੰਦੀ, ਵਾਹਿਗੁਰੂ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹੈ। ਅਗਲੀ 21ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ, ਗੁਰਮੁਖ ਸੁਖ ਫਲ ਸਾਧ ਸੰਗ, ਮਾਇਆ ਅੰਦਰ ਕਰਨ ਉਦਾਸੀ। ਸਾਧ ਸੰਗਤ ਕਰਦਿਆਂ ਹੋਇਆਂ ਗੁਰਮੁਖ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ। ਮਾਇਆ ਅੰਦਰ ਕਰਨ ਉਦਾਸੀ, ਅਤੇ ਮਾਇਆ ਦੇ ਵਿੱਚ ਰਹਿੰਦੇ ਹੋਏ ਉਹ ਉਪਰਾਮ ਰਹਿੰਦੇ ਹੈ। ਮਾਇਆ ਵਿੱਚ ਇਹ ਨਹੀਂ ਵੀ ਗੁਰਮੁਖ ਮਾਇਆ ਨੂੰ ਹੱਥ ਨਹੀਂ ਲਾਉਂਦੇ, ਮਾਇਆ ਨੂੰ ਵਰਤਦੇ ਨਹੀਂ, ਸਾਰਾ ਕੁਝ ਹੁੰਦਾ ਹੈ ਉਹਨਾਂ ਕੋਲ। ਉਹਨਾਂ ਕੋਲ ਤਾਂ ਮਾਇਆ ਸਭ ਤੋਂ ਵਧੇਰੇ ਆਉਂਦੀ ਹੈ। ਅੰਬਾਰ ਲੰਗੇ ਰਹਿੰਦੇ ਨੇ ਮਾਇਆ ਦੇ, ਪਰ ਉਹਨਾਂ ਦਾ ਮਨ ਨਹੀਂ ਮਾਇਆ ਦੇ ਵਿੱਚ ਲੱਗਾ ਹੁੰਦਾ, ਮਨ ਵਾਹਿਗੁਰੂ ਦੇ ਚਰਨਾਂ ਵਿੱਚ ਲੱਗਾ ਰਹਿੰਦਾ। ਉਹ ਜਿਹੜੀ ਮਾਇਆ ਆਉਂਦੀ ਹੈ ਉਹ ਸੰਸਾਰ ਦਾ ਭਲਾ ਕਰਦੇ ਹੈ। ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ, ਕਿੰਨੀ ਮਾਇਆ ਆਉਂਦੀ ਸੀ, ਅੱਜ ਵੀ ਆਉਂਦੀ ਹੈ। ਉਹ ਮਾਇਆ ਨੂੰ ਭਲੇ ਕੰਮਾਂ ਵਾਸਤੇ ਸਤਿਗੁਰੂ ਵਰਤਦੇ ਰਹੇ ਹੈ, ਉਹ ਗੁਰਸਿੱਖ ਵਰਤਦੇ ਹੈ। ਸੋ ਮਾਇਆ ਵਿੱਚ ਉਪਰਾਮ ਰਹਿੰਦੇ ਹੈ ਗੁਰਮੁਖ ਪਿਆਰੇ। ਕਿਵੇਂ ਉਪਰਾਮ ਰਹਿੰਦੇ ਹੈ? ਅੱਗੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਭਾਈ ਗੁਰਦਾਸ ਜੀ। ਜਿਉਂ ਜਲ ਅੰਦਰ ਕਵਲ ਹੈ, ਸੂਰਜ ਧਿਆਨ ਆਗਾਸ ਨਿਵਾਸੀ।
ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕੌਲ ਫੁੱਲ ਹੈ, ਸੂਰਜ ਧਿਆਨ ਆਗਾਸ ਨਿਵਾਸੀ, ਤੇ ਆਕਾਸ਼ ਦੇ ਵਿੱਚ ਵਾਸ ਰੱਖਣ ਵਾਲਾ ਜਿਹੜਾ ਸੂਰਜ ਹੈ, ਕੌਲ ਫੁੱਲ ਦਾ ਧਿਆਨ ਉਸ ਸੂਰਜ ਦੇ ਵੱਲ ਹੁੰਦਾ ਹੈ। ਹੈ ਕਿੱਥੇ ਕੌਲ ਫੁੱਲ? ਧਰਤੀ 'ਤੇ, ਪਾਣੀ ਦੇ ਵਿੱਚ ਹੈ, ਖਿੜਿਆ ਹੋਇਆ, ਸੂਰਜ ਨੂੰ ਵੇਖ ਕੇ ਖਿੜਦਾ। ਉਹਦਾ ਧਿਆਨ ਤਾਂ ਉੱਚਾ ਨਾ, ਉਹਦਾ ਧਿਆਨ ਸੂਰਜ ਵੱਲ ਹੈ ਜਿਹੜਾ ਆਕਾਸ਼ ਵਿੱਚ ਹੈ ਸੂਰਜ। ਕਹਿੰਦੇ ਇਸੇ ਤਰ੍ਹਾਂ ਗੁਰਮੁਖ ਰਹਿੰਦੇ ਤਾਂ ਇੱਥੇ ਧਰਤੀ 'ਤੇ ਹੀ ਨੇ, ਰਹਿੰਦੇ ਮਾਇਆ ਵਿੱਚ ਹੀ ਨੇ, ਜਿਵੇਂ ਕੌਲ ਫੁੱਲ ਪਾਣੀ ਵਿੱਚ ਰਹਿੰਦਾ ਹੈ, ਪਰ ਉਹਨਾਂ ਦਾ ਧਿਆਨ ਸਭ ਤੋਂ ਉੱਚਾ ਜੋ ਪਰਮੇਸ਼ਰ ਹੈ ਉਹਦੇ ਵੱਲ ਹੁੰਦਾ। ਜਿਵੇਂ ਕੌਲ ਫੁੱਲ ਦਾ ਧਿਆਨ ਸੂਰਜ ਵੱਲ ਹੁੰਦਾ, ਗੁਰਮੁਖਾਂ ਦਾ ਧਿਆਨ ਪਰਮੇਸ਼ਰ ਵੱਲ ਹੁੰਦਾ ਹੈ। ਚੰਦਨ ਸੱਪੀ ਵੇੜਿਆ, ਸੀਤਲ ਸਾਂਤ ਸੁਗੰਧ ਵਿਗਾਸੀ। ਗੁਰਮੁਖ ਜਿਹੜੇ ਹੈ ਨਾ ਉਹ ਚੰਦਨ ਵਰਗੇ ਹੁੰਦੇ ਹੈ। ਚੰਦਨ ਸੱਪਾਂ ਦੇ ਨਾਲ ਵਿਹੜਿਆ ਰਹਿੰਦਾ, ਸੱਪ ਨੂੰ ਚੰਬੜੇ ਰਹਿੰਦੇ ਆਲੇ ਦੁਆਲੇ, ਕਿਉਂਕਿ ਉਹ ਠੰਡਾ ਹੁੰਦਾ ਹੈ, ਸ਼ੀਤਲਤਾ ਹੁੰਦੀ ਹੈ। ਸੀਤਲ ਸਾਂਤ ਸੁਗੰਧ ਵਿਗਾਸੀ, ਭਾਵੇਂ ਜ਼ਹਿਰੀਲੇ ਸੱਪ ਚੰਦਨ ਦੇ ਰੁੱਖ ਦੇ ਨਾਲ ਚੰਬੜੇ ਰਹਿੰਦੇ ਹੈ, ਪਰ ਉਹ ਚੰਦਨ ਆਪਣੀ ਸ਼ੀਤਲਤਾ ਨੂੰ, ਸੁਗੰਧੀ ਨੂੰ ਛੱਡਦਾ ਨਹੀਂ, ਸਦਾ ਹੀ ਖਿੜਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਹੈ ਨਾ, ਉਹਨਾਂ ਦਾ ਚੰਦਨ ਵਰਗਾ ਸੁਭਾਅ ਹੁੰਦਾ ਹੈ। ਜ਼ਹਿਰੀਲੇ ਲੋਕ ਵੀ ਸੱਪਾਂ ਵਰਗੇ ਉਹਨਾਂ ਦੇ ਕੋਲ ਆ ਜਾਣ, ਉਹ ਆਪਣਾ ਸੁਭਾਅ ਨਹੀਂ ਛੱਡਦੇ ਗੁਰਮੁਖ। ਬਾਬਾ ਕਬੀਰ ਸਾਹਿਬ ਜੀ ਦੇ ਜਦੋਂ ਸ਼ਲੋਕ ਪੜ੍ਹਦੇ ਹਾਂ, ਉਹਨਾਂ ਦਾ ਬਚਨ ਹੈ, ਕਬੀਰ ਸੰਤ ਨ ਛਾੜੈ ਸੰਤਈ, ਜੋ ਕੋਟਕ ਮਿਲ ਹੈ ਅਸੰਤ। ਕਹਿੰਦੇ ਜਿਹੜਾ ਸੰਤ ਹੈ ਨਾ, ਉਹ ਆਪਣਾ ਸ਼ਾਂਤ ਸੁਭਾਅ, ਆਪਣਾ ਗੁਣਾਂ ਵਾਲਾ ਜੀਵਨ ਉਹਨੂੰ ਕਦੇ ਛੱਡਦਾ ਨਹੀਂ। ਜੋ ਕੋਟਕ ਮਿਲ ਹੈ ਅਸੰਤ, ਭਾਵੇਂ ਕਰੋੜਾਂ ਹੀ ਅਸੰਤ ਮਨਮੁਖ ਮਿਲ ਜਾਣ ਉਹਨੂੰ, ਸੱਪਾਂ ਵਰਗੇ ਜ਼ਹਿਰੀਲੇ ਲੋਕ ਉਹਨੂੰ ਮਿਲ ਜਾਣ, ਉਹ ਆਪਣਾ ਗੁਣ ਨਹੀਂ ਛੱਡਦਾ ਸੰਤ ਜਿਹੜਾ ਹੈ। ਮਲਿਆਗਰ ਭੁਯੰਗਮ ਵੇੜਿਓ, ਚੰਦਨ ਸੱਪਾਂ ਦੇ ਨਾਲ ਐ ਵਿਹੜਿਆ ਰਹਿੰਦਾ, ਤਾਂ ਸੀਤਲਤਾ ਨਾ ਤਜੰਤ, ਪਰ ਉਹ ਆਪਣੀ ਸੀਤਲਤਾ ਨੂੰ ਕਦੇ ਛੱਡਦਾ ਨਹੀਂ ਹੈ, ਠੰਡਕ ਨੂੰ ਕਦੇ ਛੱਡਦਾ ਨਹੀਂ ਹੈ। ਸੋ ਰੱਬ ਦੇ ਪਿਆਰਿਆਂ ਦੇ ਵਿੱਚ ਵੀ, ਸੰਤਾਂ ਦੇ ਵਿੱਚ, ਗੁਰਮੁਖਾਂ ਦੇ ਵਿੱਚ ਚੰਦਨ ਵਰਗਾ ਗੁਣ ਹੁੰਦਾ। ਉਹ ਸ਼ੀਤਲਤਾ ਭਗਤੀ ਦੀ ਸੁਗੰਧੀ ਦੇ ਵਿੱਚ ਸਦਾ ਹੀ ਖਿੜੇ ਰਹਿੰਦੇ ਹੈ। ਸਾਧ ਸੰਗਤ ਸੰਸਾਰ ਵਿੱਚ, ਸ਼ਬਦ ਸੁਰਤ ਲਿਵ ਸਹਿਜ ਬਿਲਾਸੀ। ਸੰਸਾਰ ਵਿੱਚ ਰਹਿੰਦਿਆਂ ਗੁਰਮੁਖ ਸਾਧ ਸੰਗਤ ਵਿੱਚ ਟਿਕੇ ਰਹਿੰਦੇ ਹੈ, ਸਾਧ ਸੰਗਤ ਸਦਾ ਹੀ ਕਰਦੇ ਹੈ, ਸ਼ਬਦ ਦੇ ਨਾਲ ਸੁਰਤ ਜੋੜ ਕੇ ਸਹਿਜ ਵਿੱਚ ਟੇਕੇ ਸਦਾ ਹੀ ਲਿਵ ਲਾਈ ਰੱਖਦੇ ਤੇ ਬਿਲਾਸੀ ਖਿੜੇ ਰਹਿੰਦੇ ਹੈ। ਜੋਗ ਜੁਗਤ ਭੋਗ ਭੁਗਤ ਜਿਣ, ਜੀਵਨ ਮੁਕਤ ਅਛਲ ਅਬਿਨਾਸੀ। ਜੋਗ ਦੀ ਸਹੀ ਜੁਗਤੀ ਨੂੰ ਤਾਂ ਗੁਰਮੁਖਾਂ ਨੇ ਜਾਣਿਆ ਹੈ। ਤਨ 'ਤੇ ਸਵਾਹ ਮਲ ਲੈਣੀ, ਕੰਨ ਪੜਾ ਕੇ ਮੁੰਦਰਾਂ ਪਾ ਲੈਣੀਆਂ, ਇਹ ਜੋਗ ਨਹੀਂ। ਜੋਗ ਦੀ ਜੁਗਤੀ ਇਹ ਹੈ ਵੀ ਸੰਸਾਰ ਤੋਂ ਉੱਪਰ ਉੱਠ ਕੇ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਣਾ, ਨਾਮ ਜਪਣਾ। ਗੁਰਮੁਖ ਨੂੰ ਬਾਣੀ ਵਿੱਚ ਸਤਿਗੁਰੂ ਨੇ ਜੋਗੀ ਵੀ ਕਿਹਾ, ਅਸਲੀ ਜੋਗੀ ਤਾਂ ਇਹੀ ਹੈ। ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ, ਮਹਾਰਾਜ ਕਹਿੰਦੇ ਗੱਲਾਂ ਦੇ ਨਾਲ ਜੋਗ ਨਹੀਂ ਹੁੰਦਾ। ਜਿਹਦੀ ਦ੍ਰਿਸ਼ਟੀ ਇੱਕ ਬਣ ਗਈ ਹੈ, ਸੰਸਰ ਸਾਰਿਆਂ ਨੂੰ ਬਰਾਬਰ ਕਰਕੇ ਜਾਣਦਾ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ, ਉਹ ਹੈ ਅਸਲ 'ਚ ਜੋਗੀ। ਸੋ ਜੋਗ ਦੀ ਜੁਗਤੀ ਨੂੰ ਗੁਰਮੁਖ ਨੇ ਜਾਣਿਆ ਹੈ, ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੁੰਦਾ। ਅਤੇ ਭੋਗਾਂ ਦੀ ਜਿਹੜੀ ਭੁਗਤੀ ਹੈ ਨਾ, ਸੰਸਾਰ ਦੇ ਭੋਗ ਪਦਾਰਥ, ਉਹਨਾਂ ਨੂੰ ਜਿੱਤ ਲੈਂਦਾ ਹੈ। ਭੋਗਾਂ ਦੇ ਉਹ ਅਧੀਨ ਨਹੀਂ ਹੁੰਦਾ, ਉਹਨਾਂ ਨੂੰ ਜਿੱਤ ਲਿਆ ਉਹਨੇ। ਸੰਸਾਰੀ ਬੰਦੇ ਸਾਰੇ ਨਾ ਭੋਗਾਂ ਦੇ ਅਧੀਨ ਨੇ, ਸਗੋਂ ਪਦਾਰਥ ਉਹ ਬੰਦੇ ਨੂੰ ਭੋਗ ਲੈਂਦੇ ਹੈ, ਪਰ ਉਹ ਰਸ ਤੋਂ ਉੱਪਰ ਉੱਠ ਜਾਂਦਾ ਹੈ। ਸੋ ਇਸ ਲਈ ਸੰਸਾਰ ਦੇ ਪਦਾਰਥਾਂ ਨੂੰ ਜਿੱਤ ਲਿਆ ਹੈ, ਭੋਗਾਂ ਨੂੰ ਜਿਣ ਲਿਆ ਹੈ, ਉਹ ਜੀਵਨ ਮੁਕਤ ਹੈ ਗੁਰਮੁਖ। ਅਤੇ ਅਛਲ ਅਤੇ ਅਬਨਾਸੀ ਜੋ ਪਰਮੇਸ਼ਰ ਹੈ ਨਾ, ਸਦਾ ਗੁਰਮੁਖ ਉਹਦੇ ਵਿੱਚ ਜੁੜੇ ਰਹਿੰਦੇ ਹੈ।
ਪਾਰ ਬ੍ਰਹਮ ਪੂਰਨ ਬ੍ਰਹਮ, ਗੁਰ ਪਰਮੇਸ਼ਰ ਆਸ ਨਿਰਾਸੀ। ਤੇ ਪਾਰ ਬ੍ਰਹਮ, ਪੂਰਨ ਬ੍ਰਹਮ ਜੋ ਸਾਰੀਆਂ ਥਾਵਾਂ 'ਤੇ ਵਸਦਾ ਹੈ, ਗੁਰੂ ਪਰਮੇਸ਼ਰ ਜੋ ਹੈ ਆਸ ਨਿਰਾਸੀ। ਗੁਰਮੁਖ ਨੂੰ ਪਤਾ ਹੁੰਦਾ ਹੈ ਗੁਰੂ ਪਰਮੇਸ਼ਰ ਦਾ ਸਵਰੂਪ, ਗੁਰੂ ਦੇ ਮਨ ਵਿੱਚ ਕੋਈ ਸੰਸਾਰੀ ਆਸ ਨਹੀਂ ਹੈ, ਆਸ ਤੋਂ ਉਹ ਨਿਰਾਸ ਹੈ, ਭਾਵ ਆਸ ਤੋਂ ਰਹਿਤ ਹੈ। ਅਕਥ ਕਥਾ ਅਵਗਤ ਪਰਗਾਸੀ, ਗੁਰੂ ਅਤੇ ਪਰਮੇਸ਼ਰ ਦੀ ਕਥਾ ਅਕਥ ਹੈ। ਪੂਰਨ ਤੌਰ 'ਤੇ ਗੁਰੂ ਪਰਮੇਸ਼ਰ ਦੀ ਕਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਦੋਵੇਂ ਹੀ ਅਕਥ ਕਥਾ ਵਾਲੇ ਅਵਗਤ ਅਬਨਾਸ਼ੀ ਪ੍ਰਕਾਸ਼ ਰੂਪ ਹਨ। ਗੁਰੂ ਅਤੇ ਪਰਮੇਸ਼ਰ ਇੱਕ ਰੂਪ ਹਨ। ਸੋ ਸਾਧ ਸੰਗਤ ਦੇ ਆਸਰੇ ਹੀ ਇਹ ਜਿਹੜੀ ਮਾਇਆ ਹੈ ਇਸ ਤੋਂ ਬਚਿਆ ਜਾ ਸਕਦਾ ਹੈ। ਭਾਈ ਗੁਰਦਾਸ ਸਾਹਿਬ ਨੇ ਇਸ 21ਵੀਂ ਪੌੜੀ ਵਿੱਚ ਸਿੱਖਿਆ ਇਹ ਦਿੱਤੀ ਹੈ ਵੀ ਜਿਹੜੇ ਗੁਰਮੁਖ ਨੇ ਉਹ ਮਾਇਆ ਤੋਂ ਉਪਰਾਮ ਰਹਿੰਦੇ ਹੈ। ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ। ਗੁਰਮੁਖ ਮਾਇਆ ਦੇ ਮੋਹ ਨੂੰ ਸ਼ਬਦ ਦੇ ਰਾਹੀਂ ਸਾੜ ਦਿੰਦੇ ਹੈ। ਸੋ ਇਹ 15ਵੀਂ ਵਾਰ ਸੰਪੂਰਨ ਹੋਈ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਪਾਰ ਬ੍ਰਹਮ ਪੂਰਨ ਬ੍ਰਹਮ, ਗੁਰ ਪਰਮੇਸ਼ਰ ਆਸ ਨਿਰਾਸੀ। ਅਕਥ ਕਥਾ ਅਵਗਤ ਪਰਗਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।